Today we will discuss about the westernization. It's an important process of social change. ਪੱਛਮੀਕਰਨ ਇੱਕ ਬਹੁਤ ਮਹੱਤਵਪੂਰਨ ਕਾਰਕ ਮੰਨਿਆ ਜਾਂਦਾ ਹੈ ਸਮਾਜਿਕ ਬਦਲਾਅ ਵਾਸਤੇ, ਕਿਉਂਕਿ ਪੱਛਮੀਕਰਨ ਦੇ ਕਰਕੇ ਜਿਹੜੀਆਂ ਸਾਡੀ ਭਾਰਤੀ ਜਿਹੜੀਆਂ ਹੈਗੀਆਂ ਵਾ ਕਹਿ ਲਈਏ ਕਿ ਸੰਸਕ੍ਰਿਤੀ ਦੇ ਵਿੱਚ, ਭਾਰਤੀ ਸੱਭਿਆਚਾਰ ਦੇ ਵਿੱਚ ਸਾਡੇ ਰਹਿਣ ਸਹਿਣ, ਪਹਿਰਾਵੇ, ਖਾਣ ਪੀਣ ਸਾਰੇ ਵਿੱਚ ਬਦਲਾਅ ਆਇਆ ਵਾ ਡਿਊ ਟੂ ਵੈਸਟਰਨ ਕਲਚਰ. We people are adopting basically Western values, dress sense, food habits, language. It's becoming a part of our society. It's becoming a basically part of our lifestyle. Western culture. Westernization basically starts from when Britishers came in India. And it has taken place in India as a result of British rule. ਜਦੋਂ ਅੰਗਰੇਜ਼ ਆਏ ਉਦੋਂ ਇਹ ਸਾਡੇ ਜਿਹੜਾ ਵਾ ਬ੍ਰਿਟਿਸ਼ ਦੇ ਆਉਣ ਦੇ ਨਾਲ ਜਿਹੜਾ ਹੈ ਵੈਸਟਰਨਾਈਜੇਸ਼ਨ ਪੱਛਮੀਕਰਨ ਦਾ ਪ੍ਰਸਾਰ ਹੋਇਆ. ਐਂਡ 150 years British rule produced some radical and lasting changes in Indian social setup. ਇਹ 150 ਸਾਲ ਉਹਨਾਂ ਦੇ ਰਾਜ ਕਰਨ ਦੇ ਨਾਲ ਜਿਹੜੀਆਂ ਹੈਗੀਆਂ ਵਾ ਉਹਨਾਂ ਨਾਲ ਕੀ ਆ ਸਾਡੀ ਜਿਹੜੀ ਹੈਗੀਆਂ ਬਹੁਤ ਸਾਰੀਆਂ ਸੋਸ਼ਲ ਚੇਂਜਸ, ਸਮਾਜਿਕ ਬਦਲਾਅ ਜਿਹੜਾ ਆਇਆ. ਉਹ ਭਾਵੇਂ ਸੋਸ਼ਲ ਚੇਂਜ ਜਿਹੜੀ ਹੋਏ ਸਾਡੀ ਫੈਮਿਲੀ ਸੈਟਅਪ 'ਚ ਹੋਏ, ਭਾਵੇਂ ਉਹ ਸਾਡੀ ਇਕੋਨਮੀ ਦੇ ਵਿੱਚ ਹੋਏ, ਭਾਵੇਂ ਉਹ ਸਾਡੀ ਪੋਲੀਟੀਕਲ ਸੈਟਅਪ ਦੇ ਵਿੱਚ ਹੋਏ, ਭਾਵੇਂ ਦੇ ਆਰ ਆਲਸੋ ਰਿਪਲੇਸ ਦਾ ਮਾਡਰਨ ਜਿਹੜੀਆਂ ਹੈਗੀਆਂ ਵਾ ਟ੍ਰੈਡੀਸ਼ਨਲ ਕੋਡਸ ਟੂ ਮਾਡਰਨ ਕੋਡਸ. ਐਂਡ ਦੇ ਆਲਸੋ ਗਿਵ ਦਾ ਮੋਸਟ ਇੰਪੋਰਟੈਂਟ ਆਸਪੈਕਟ ਆਫ ਇੰਟਰੋਡਿਊਸਿੰਗ ਬਾਏ ਦਾ ਮਾਡਰਨ ਐਜੂਕੇਸ਼ਨ. ਵੈਸਟਰਨਾਈਜੇਸ਼ਨ ਦੇ ਨਾਲ ਜਿਹੜੀਆਂ ਹੈਗੀਆਂ ਸਾਡੀ ਜਿਹੜੀ ਆ ਰਿਪਲੇਸਮੈਂਟ ਆਫ ਦੀ ਬੇਸਿਕਲੀ ਟ੍ਰੈਡੀਸ਼ਨਲ ਐਜੂਕੇਸ਼ਨ ਸਿਸਟਮ. ਐਂਡ ਬ੍ਰਿਟਿਸ਼ਰ ਬ੍ਰੌਟ ਵਿਦ ਦੈਮ ਨਿਊ ਟੈਕਨੋਲੋਜੀ, ਨੌਲੇਜ, ਬਲੀਫ, ਵੈਲਿਊਜ਼ ਐਂਡ ਇੰਸਟੀਟਿਊਸ਼ਨਸ. ਅੰਗਰੇਜ਼ਾਂ ਦੇ ਆਉਣ ਨਾਲ ਕੀ ਹੋਇਆ ਕਿ ਪੱਛਮ ਦੇ ਲੋਕਾਂ ਦੇ ਆਉਣ ਨਾਲ ਕੀ ਉਹਨਾਂ ਨੇ ਆਪਣੇ ਇੰਸਟੀਟਿਊਸ਼ਨ ਵੀ ਨਾਲ ਲੈ ਕੇ ਆਉਂਦੇ, ਆਪਣੇ ਉਹ ਮਤਲਬ ਨੌਲੇਜ, ਬਲੀਫ, ਵੈਲਿਊਜ਼ ਉਹ ਵੀ ਜਿੱਥੇ ਵੀ ਉਹ ਪਹਿਲਾਂ ਐਸਟੈਬਲਿਸ਼ ਹੋਏ. ਫਾਰ ਐਗਜ਼ਾਮਪਲ ਜਿਹੜੀਆਂ ਵੀ ਸਟੇਟ ਦੇ ਵਿੱਚ ਸਾਊਥਰਨ ਸਟੇਟ ਦੇ ਵਿੱਚ ਉਹ ਆਏ ਆ ਤਾਂ ਉੱਥੇ ਜਿਹੜਾ ਹੈਗਾ ਵਾ ਬੇਸਿਕਲੀ ਕੀ ਆ ਪਾਰਸ਼ਲ ਜਿਹੜਾ ਵੈਸਟਰਨ ਬੇਸਿਕਲੀ ਜਿਹੜਾ ਕਲਚਰ ਉਹ ਸਟਾਰਟ ਹੋਇਆ, ਸਬ ਕਲਚਰਲ ਡਿਵੈਲਪ ਹੋਣੇ ਸ਼ੁਰੂ ਹੋਏ. ਹੌਲੀ ਹੌਲੀ ਉਹਨਾਂ ਨੇ ਕੀ ਕੀਤਾ ਹੈ ਬ੍ਰਿਟਿਸ਼ਰਸ ਨੇ, ਅਸੀਂ ਦੋ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਟਸ ਆਲਸੋ ਰੈਵੋਲੂਸ਼ਨਲਾਈਜ਼ ਆਵਰ ਲਾਈਫ ਬੇਸਿਕਲੀ ਵੈਨ ਦੇ ਇੰਟਰੋਡਿਊਸ ਦਾ ਪ੍ਰਿੰਟਿੰਗ ਪ੍ਰੈਸ, ਚੇਂਜ ਦਾ ਲਾਈਫ ਸਟਾਈਲ ਆਫ ਦਾ ਇੰਡੀਅਨਸ. ਭਾਰਤੀ ਲੋਕਾਂ ਦਾ ਜਿਹੜਾ ਹੈਗਾ ਵਾ ਪ੍ਰਿੰਟਿੰਗ ਪ੍ਰੈਸ ਦੇ ਆਉਣ ਦੇ ਨਾਲ ਜਿਹੜਾ ਹੈਗਾ ਵਾ ਵਿਚਾਰਾਂ ਨੂੰ ਐਕਸਪ੍ਰੈਸ ਕਰਨਾ, ਫਰੀਡਮ ਆਫ ਥਾਟ ਜਿਹੜਾ ਉਹਨਾਂ ਦੇ ਕਲਚਰ ਦਾ ਪਾਰਟ ਸੀਗੀਆਂ ਜਿਹੜੀਆਂ ਚੀਜ਼ਾਂ. ਬੇਸਿਕਲੀ ਇੰਡੀਅਨ ਸੋਸਾਇਟੀ ਇਜ਼ ਕਾਸਟ ਬੇਸਡ, ਰਿਲੀਜਨ ਬੇਸਡ, ਰਿਜਿਡ ਸੋਸਾਇਟੀ, ਰਿਜਿਡ ਸੋਸਾਇਟੀ. ਅਤੇ ਕੁਝ ਕੁ ਜਿਹੜੇ ਹੈਗੇ ਆ ਜਿਹੜੀਆਂ ਡਿਪਰਾਈਵਡ ਸੈਕਸ਼ਨਸ ਆ ਉਹਨਾਂ ਕੋਲ ਜਿਹੜਾ ਰਾਈਟ ਨਹੀਂ ਸੀਗਾ ਐਜੂਕੇਸ਼ਨ ਲੈਣ ਦਾ. ਬਟ ਜੇ ਬ੍ਰਿਟਿਸ਼ਰ ਆਏ ਉਹਨਾਂ ਦੇ ਨਾਲ ਕੀ ਹੋਇਆ ਕਿ ਕਈ ਤਰ੍ਹਾਂ ਦੀਆਂ ਜਿਵੇਂ ਟ੍ਰੈਡੀਸ਼ਨ ਸੋਸਾਇਟੀ ਵਾਜ਼ ਬੇਸਿਕਲੀ ਆਕੂਪੇਸ਼ਨਸ for Brahman, Kshatriya, Vaishya, Shudra. They have occupation and they dented the basically caste system in India. Because it's a caste, basically it's not a universal institution, it's only particularistic in our society. And what happens, westernization is a process or changing lifestyle of the Indians towards the west. ਭਾਰਤੀ ਲੋਕਾਂ ਦਾ ਜਿਹੜਾ ਕੀ ਹੈ ਕਿ ਲਾਈਫ ਸਟਾਈਲ, ਜੀਵਨ ਸ਼ੈਲੀ ਜਿਹੜੀ ਉਹਦੇ ਵਿੱਚ ਬਦਲਾਅ ਲੈਣ ਦਾ ਪੱਛਮੀਕਰਨ ਦੇ ਪ੍ਰਸਾਰ ਨਾਲ, ਪੱਛਮ ਦੀਆਂ ਜਿਹੜੀਆਂ ਹੈਗੀ ਸੱਭਿਅਤਾ, ਪੱਛਮ ਦੀ ਜਿਹੜੀ ਹੈਗੀ ਆ ਰਹਿਣ ਸਹਿਣ ਦੇ, ਪੱਛਮ ਦੇ ਲੋਕਾਂ ਦੇ ਆਉਣ ਦੇ, ਉਹਨਾਂ ਦੇ ਪ੍ਰਭਾਵ ਕਰਕੇ, ਉਹਨਾਂ ਦੇ ਗਿਆਨ ਕਰਕੇ, ਉਹਨਾਂ ਦੀ ਜਿਹੜੀਆਂ ਹੈਗੀਆਂ ਵਿਸ਼ਵਾਸ ਕਰਕੇ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿਉਂਕਿ ਪੱਛਮ ਦੀਆਂ ਵੀ ਕਈ ਚੀਜ਼ਾਂ ਬਹੁਤ ਵਧੀਆ ਮਤਲਬ ਜਿਹੜੀਆਂ ਚੀਜ਼ਾਂ ਨੂੰ ਕਿਉਂਕਿ ਸਾਡੇ ਪਹਿਲਾਂ ਇੱਥੇ ਆ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੂਡ ਨੂੰ ਲੈ ਕੇ ਰੈਸਟ੍ਰਿਕਸ਼ਨ ਸੀਗੀਆਂ, ਫਰੀਡਮ ਨੂੰ ਲੈ ਕੇ ਰੈਸਟ੍ਰਿਕਸ਼ਨ ਸੀਗੀਆਂ, ਹੋਰ ਕਈ ਰਿਲੀਜੀਅਸ ਰੈਸਟ੍ਰਿਕਸ਼ਨਸ ਹੈ, ਸੋਸ਼ਲ ਇੰਟਰੈਕਸ਼ਨ ਨੂੰ ਲੈ ਕੇ ਜਿਹੜੀਆਂ ਰੈਸਟ੍ਰਿਕਸ਼ਨ ਸੀਗੀਆਂ, ਆਪਸੀ ਗੱਲਬਾਤ ਕਰਨ ਨੂੰ ਲੈ ਕੇ ਦੂਰੀਆਂ ਬਣਾਈ ਜਾਂਦੀਆਂ ਸੀਗੀਆਂ. ਐਂਡ ਪ੍ਰਾਇਮਰੀ ਵੈਸਟਰਨਾਈਜੇਸ਼ਨ ਅਸੀਂ ਦੋ ਤਰ੍ਹਾਂ ਨਾਲ ਕਹਿ ਸਕਦੇ ਕਿ ਪ੍ਰਾਇਮਰੀ ਵੈਸਟਰਨਾਈਜੇਸ਼ਨ ਅਤੇ ਸੈਕੰਡਰੀ ਵੈਸਟਰਨਾਈਜੇਸ਼ਨ. ਜਿਹੜਾ ਪਹਿਲਾ ਪਹਿਲ ਜਿਹੜੇ ਵਿੱਚ ਜੋਗਿੰਦਰਾ ਸਿੰਘ ਸੇਜ਼ ਅਕੋਰਡਿੰਗ ਟੂ ਜੋਗਿੰਦਰਾ ਸਿੰਘ ਚੇਂਜਸ ਇੰਟਰੋਡਿਊਸਡ ਬਾਏ ਦਾ ਵੈਸਟਰਨ ਇਫੈਕਟ ਔਨ ਇੰਡੀਅਨ ਲਿਟਲ ਟ੍ਰੈਡੀਸ਼ਨ. ਲਿਟਲ ਟ੍ਰੈਡੀਸ਼ਨ ਦੀ ਗੱਲ ਕਰਦਾ ਕਿ ਪਹਿਲਾਂ ਪਹਿਲ ਜਿੱਥੇ ਵੀ ਉਹ ਅੰਗਰੇਜ਼ ਆਏ, ਜਿੱਥੇ ਵੀ ਵੈਸਟਰਨ ਲੋਕ ਆਏ, ਉਹਨਾਂ ਦਾ ਉੱਥੇ ਕਿੱਥੇ ਵੈਸਟਰਨ ਦੀਆਂ ਜਿਹੜੀਆਂ ਹੈਗੀਆਂ ਵਾ ਵੈਲਿਊਜ਼ ਦਾ ਪ੍ਰਭਾਵ ਪਿਆ. ਜਿਵੇਂ ਗੋਆ ਹੈ ਜਾਂ ਦੂਸਰੀਆਂ ਜਿੰਨੀਆਂ ਵੀ ਸਟੇਟਸ ਸੀਗੀਆਂ
ਠੀਕ ਹੈ। ਜਿੱਥੇ ਜਿੱਥੇ ਵੀ ਉਹ ਪਹਿਲਾਂ ਸਾਊਦਰਨ ਕੇਰਲਾ ਹੈ, ਜਿਹੜੀਆਂ ਸਟੇਟਸ ਦੇ ਵਿੱਚ ਪਹਿਲਾਂ ਆਏ, ਉੱਥੇ ਜਿਹੜਾ ਵੈਸਟਰਨ ਜਿਹੜਾ ਹੈ ਇੰਪੈਕਟ ਉਹਨਾਂ ਨੇ ਆਪਣੀ ਜਿਹੜਾ ਛੱਡਣਾ ਸ਼ੁਰੂ ਕਰਤਾ। In such as emergence of westernized subculture pattern limited to a specific group of Indian within a area who first came into contact with Western culture। ਕਿ ਉਹ ਲੋਕ ਜਿਹੜੇ ਪਹਿਲਾਂ ਪਹਿਲ ਜਿਹੜੇ ਆ ਵੈਸਟਰਨ ਜਿਹੜੇ ਲੋਕਾਂ ਦੇ ਇੰਪੈਕਟ ਜਿਹੜੇ ਆਏ ਆ, ਕਿ ਉਹ ਲੋਕ ਬੇਸਿਕਲੀ ਵੈਸਟਰਨ ਜਿਹੜੀਆਂ ਵੈਲਿਊਜ਼ ਅਡਾਪਟ ਕਰਨੇ ਸ਼ੁਰੂ ਜਿੱਥੇ ਵੀ ਸਟੇਟਸ ਦੇ ਵਿੱਚ। ਇਨ ਜਨਰਲ ਅਸੀਂ ਕਹਿ ਸਕਦੇ ਹਾਂ ਡਿਫਿਊਜ਼ਨ ਆਫ ਵੈਸਟਰਨ ਕਲਚਰਲ ਟ੍ਰੇਟਸ, ਡਿਫਿਊਜ਼ਨ ਆਫ ਵੈਸਟਰਨ, ਜਦੋਂ ਅਸੀਂ ਕਲਚਰ ਦੀ, ਕਿਉਂਕਿ ਵੈਸਟਰਨਾਈਜੇਸ਼ਨ ਬੇਸਿਕਲੀ ਇਟਸ a process in which the Indian culture, Indian people influenced by the Western values, language, tradition, knowledge, and general diffusion of Western traits. For example, the use of new technology, dress, food, language, changes in habits, way of living, and this in general resulting the cultural contact of British। ਜਿਹੜਾ ਅੰਗਰੇਜ਼ਾਂ ਦੇ ਜਿਹੜੇ ਆ ਬ੍ਰਿਟਿਸ਼ਰ ਦੇ ਨਾਲ ਕੀ ਹੋਇਆ ਹੈ ਕਿ ਉਹਨਾਂ ਦਾ ਜਿਹੜਾ ਸੱਭਿਆਚਾਰਕ ਜਿਹੜਾ ਵਾ ਲਗਾ, ਲੋਕਾਂ ਦਾ ਕੰਟੈਕਟ, ਉਹਨਾਂ ਚੀਜ਼ਾਂ ਨੂੰ ਅਡਾਪਟ ਕਰਨਾ, ਉਹਨਾਂ ਨੂੰ ਖਾਣ ਪੀਣ, ਰਹਿਣ ਸਹਿਣ, ਉਹਨਾਂ ਨੂੰ ਜੀਵਨ ਸ਼ੈਲੀ ਨੂੰ ਅਡਾਪਟ ਕਰਨਾ, ਵੈਸਟਰਨ ਜੀਵਨ ਸ਼ੈਲੀ ਨੂੰ। ਐਂਡ ਸੈਕੰਡਰੀ ਵੈਸਟਰਨਾਈਜੇਸ਼ਨ ਬੇਸਿਕਲੀ ਇਟ ਸਟਾਰਟਡ ਦ ਐਂਡ ਆਫ ਦ ਬਿਗਨਿੰਗ ਆਫ ਦ 20th century, and it refers to the changes which have contributed the growth of the various forms of cultural structure extending over the whole of the country. For example, they introduced modern education, ਉਹਨਾਂ ਨੇ ਆਧੁਨਿਕ ਸਿੱਖਿਆ ਦਾ ਲਾਗੂ ਕੀਤੀ, ਲਾਅ, ਕਾਨੂੰਨ ਦੀ ਵਿਵਸਥਾ ਕੀਤੀ, ਜਿਹੜਾ ਮਾਡਰਨ ਲਾਅ ਹੈ ਉਹਨੂੰ ਸਟੈਬਲਿਸ਼ ਕੀਤਾ। ਠੀਕ ਹੈ, ਜਿੰਨਾ ਵੀ ਇੰਡੀਅਨ ਜਿਹੜਾ ਲਾਅ ਹੈਗਾ, ਖਾਸ ਕਰਕੇ ਜਿਹੜਾ ਵਾ ਐਕਟ ਆਫ 1935 ਹੈ ਜਾਂ ਉਸ ਤੋਂ ਪਹਿਲਾਂ ਜਿਹੜੇ ਐਕਟ ਆਏ ਆ ਜਾਂ ਬਾਅਦ ਚ ਆਏ, ਉਹਨਾਂ ਦੇ ਆਧਾਰ ਤੇ ਅਸੀਂ ਜਿਹੜੀਆਂ ਵਾ ਉਹੀ ਅੱਜ ਵੀ ਉਹੀ ਚੀਜ਼ਾਂ ਚੱਲ ਰਹੀਆਂ। ਸਾਇੰਸ ਬੇਸਿਕਲੀ ਇਟਸ ਅ ਰਿਲੀਜੀਅਸ ਸੋਸਾਇਟੀ, ਇਸੇ ਧਾਰਮਿਕ ਸੀਗੀ, ਕਾਸਟ ਬੇਸ ਸੋਸਾਇਟੀ, ਡਿਸਕ੍ਰਿਮੀਨੇਟ ਕਰਦੀ ਸੀਗੀ ਸੋਸਾਇਟੀ, ਤਾਂ ਰੈਸ਼ਨੈਲਿਟੀ ਜਿਹੜੀ ਕਿਤੇ ਨਾ ਕਿਤੇ ਉਹਦੀ ਘਾਟ ਸੀਗੀ। ਭਾਵੇਂ ਅਸੀਂ ਕਿਹਾ ਜਾਂਦਾ ਹੈ ਕਿ ਸਾਡੀ ਜਿਹੜੀਆਂ ਹੈਗੀਆਂ ਵਾ ਪੁਰਾਤਨ ਜਿਹੜੀਆਂ ਹੈਗੀਆਂ ਵੇਦ ਗ੍ਰੰਥ ਹੈ ਜਾਂ ਜੋ ਵੀ ਹੈ, ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਵੀ ਉਹਨੂੰ ਸਾਇੰਟੀਫਿਕ ਇਹ ਚੀਜ਼ਾਂ ਇੰਪਰੂਵ ਕਰਦੇ ਹਾਂ, ਬਟ ਉਸ ਟਾਈਮ ਤੇ ਜਿਹੜੀ ਹੈਗੀ ਆ ਜਦ ਵੈਨ ਬ੍ਰਿਟਿਸ਼ਰ ਕੇਮ ਇਨ ਇੰਡੀਆ, ਇੰਡੀਆ ਵਾਜ਼ ਬੇਸਿਕਲੀ ਲਿਵਿੰਗ ਇਨ ਏ ਡਾਰਕ ਸਟੇਜ, and people are discriminating each other, and technology and facilities of transportation and communication are some of the example of cultural structure। basically ਕਿ cultural structure ਹੈ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ ਜਿਹੜਾ ਉਹਨਾਂ ਇੰਟਰੋਡਿਊਸ ਕੀਤਾ, ਟੈਲੀਗ੍ਰਾਫ ਕੀਤੀ, ਕਈ ਤਰ੍ਹਾਂ ਦੀਆਂ ਜਿਹੜੀਆਂ ਕਮਿਊਨੀਕੇਸ਼ਨ ਦੇ ਚੈਨਲ ਦੇ ਬ੍ਰਿਟਿਸ਼ਰ ਓਪਨ, ਐਂਡ ਦੋਜ਼ ਬੇਸਿਕਲੀ ਆਸਪੈਕਟ ਜਿਹੜੇ ਉਹਨਾਂ ਨੇ ਇੰਟਰੋਡਿਊਸ ਕੀਤੇ, ਉਹਦਾ ਕੀ ਹੈ ਕਿ ਫਰੀडम ਟੂ ਸਪੀਚ ਜਿਹੜੀ ਹੈ ਇਨਕਰੀਜ਼ ਹੋਈ, ਰਾਈਟ। ਫਰੀडम ਟੂ ਸਪੀਚ ਜਿਹੜੀ ਹੈ ਇੰਟਰੋਡਿਊਸ ਹੁੰਦੀ ਹੈ। ਦੈਨ ਕੀ ਹੁੰਦਾ ਹੈ, ਫਾਰ ਐਗਜ਼ਾਮਪਲ ਉਹਨਾਂ ਦੇ ਨਾਲ ਕੀ ਹੈ, ਪੀਪਲ ਕੰਟੈਕਟ ਆਫ ਡਿਫਰੈਂਟ ਕਾਸਟ ਪੀਪਲ ਆ ਕੰਟੈਕਟ, ਡਿਫਰੈਂਟ ਜਿਹੜੀਆਂ ਕਾਸਟ ਦੇ ਲੋਕ ਸੀ ਇੱਕ ਦੂਸਰੇ ਦੇ ਕੰਟੈਕਟ ਦੇ, ਦੇ ਐਸਟੈਬਲਿਸ਼ ਇੰਡਸਟਰੀਜ਼। ਠੀਕ ਹੈ, ਇੰਡਸਟਰੀ ਦੇ ਨਾਲ ਕੀ ਹੈ, ਉਹਨਾਂ ਦੇ ਨਾਲ ਆਉਣ ਦੇ ਨਾਲ ਕੀ ਹੈ, ਲੋਕਾਂ ਦੀ ਜਿਹੜੀ ਆਕੂਪੇਸ਼ਨਲ ਚੇਂਜਸ ਹੋਈਆਂ, and the occupational changes when the people came contact to each other, ਜੇ ਇੱਕ ਦੂਸਰੇ ਦੇ ਨੇੜੇ ਆਉਣੇ ਸ਼ੁਰੂ ਹੋਏ, ਉਹਦੇ ਨਾਲ ਕੀ ਹੈ, ਉਹਨਾਂ ਦੀ ਜਿਹੜੀ ਰਿਜਿਡਿਟੀ ਹੈ ਕਾਸਟ ਦੀ, ਉਹ ਜਿਹੜੀ ਕਿਤੇ ਨਾ ਕਿਤੇ ਬ੍ਰੇਕ ਹੋਣੀ ਸ਼ੁਰੂ ਹੋ ਗਈ। and people feel like ਕਿ and their respect towards the western values again increase, ਉਹਨਾਂ ਦੀ ਜਿਹੜੀ ਆ ਉਹ ਜਿਹੜੀ ਹੈ ਮਤਲਬ ਉਹਨਾਂ ਚੀਜ਼ਾਂ ਨੂੰ ਜਿਹੜੀ ਹੈਗੀ ਆ। ਫਾਰ ਐਗਜ਼ਾਮਪਲ ਅਸੀਂ ਅੱਜ ਵੀ ਕਹਿੰਦੇ ਹਾਂ ਦੇਰ ਆਰ ਬੇਸਿਕਲੀ ਈਚ ਐਂਡ ਐਵਰੀ ਕਲਚਰ ਹੈਜ਼ ਔਨ ਗੁੱਡ ਬੇਸਿਕਲੀ ਟ੍ਰੇਟਸ, cultural values. Our culture has own, but at the time when British came in India, they are very discriminated. Basically, it's ruled by some rulers, and society was too much rigid. And these are the basically and it also impacts our society on different grounds. Our society on different grounds.